अस्सलाम वालेकुम वालेकुम सलाम जी। भाईजान, की हाल है थोड़ा? अल्लाह का शुक्र है, ठीक ठाक। की इसमें ग्रामी है जी? मोहम्मद तैयब। ਮੁਹੰਮਦ ਤੈयब ਸਾਹਿਬ ਕਿੰਨੀ ਦੇਰ ਤੋਂ ਕੰਮ ਕਰ ਰਹੇ ਹੋ ਜਾਨਵਰਾਂ ਦਾ? ਜਾਨਵਰਾਂ ਦਾ ਕੋਈ 12-13 ਸਾਲ ਹੋ ਗਏ ਨੇ ਕਰਦਿਆਂ। ਮਾਸ਼ਾਅੱਲਾ। ਇਸ ਤੋਂ ਪਹਿਲੇ ਕੋਈ ਨੌਕਰੀ ਵੀ ਕਰ ਰਹੇ ਸੀ, ਕੋਈ ਜੌਬ ਵਗੈਰਾ? ਨਹੀਂ ਜੀ, ਸਾਊਦੀਆ ਗਏ ਸਾਂ, ਉੱਥੇ ਕਾਫੀ ਦੇਰ, ਕੋਈ 4 ਸਾਲ ਉੱਥੇ ਰਹੇ ਆ। ਉਸ ਤੋਂ ਬਾਅਦ ਆ ਕੇ ਫਿਰ ਇਹੀ ਕੰਮ ਕੀਤਾ। ਇਹ ਅੱਲਾ ਦਾ ਸ਼ੁਕਰ ਹੈ ਕਿ ਇਹ ਵੀ ਕਿ ਆਪਣਾ ਕੰਮ ਹੈ, ਕਿਸੇ ਦੇ ਮੁਤਾਹਿਤ ਨਹੀਂ। ਉਹ ਲੇਕਿਨ ਇਹ ਕੋਸ਼ਿਸ਼ ਕਰੀ ਦੀ ਅਸੀਂ ਦੁੱਧ ਦਿੰਦੇ ਹਾਂ ਹਾਲ ਅਸੀਂ ਤੇ ਪਾਣੀ ਪੂਣੀ ਤੋਂ ਬਗੈਰ ਕਿ ਜਾਨਵਰ ਅਸਾਂ ਉਨੇ ਕੁ ਰੱਖੇ ਨੇ ਜਿਹੜਾ ਸਾਡਾ ਨਿਜ਼ਾਮ ਪੇ ਚਲਾਉਣ। ਪਰ ਤਕਰੀਬਨ ਛੋਟੇ ਵੱਡੇ ਸਾਰੇ ਜਾ ਪਾ ਕੇ? ਹਾਂ, ਸਾਰੇ ਜਿਹੜੇ ਤਕਰੀਬਨ ਹਨ 18 ਕੁ ਜਾਨਵਰ ਮਾਸ਼ਾਅੱਲਾ। ਸਾਡੇ ਕੋਲ ਜ਼ਿਆਦਾ ਜਿਹੜੇ ਨਾ ਉਹ ਨੇ ਆਪਣਾ ਨੀਲੀ ਰਾਵੀ ਦੀ। वीडियो देखने से पहले हमारे चैनल को सब्सक्राइब कीजिए और साथ में बेल आइकन को भी दबा दीजिए ताकि तमाम आने वाली वीडियोस आप तक बखूबी पहुंचती रहें। ਨੀਲੀ ਬਾਰ ਦੇ ਜਾਨਵਰ ਤੁਹਾਡੇ ਕੋਲ ਨੇ? ਠੀਕ ਹੋ ਮੈਂ ਗਿਆ। ਆਪੇ ਜਾ ਕੇ ਲੈ ਲੂ ਉੱਥੋਂ ਲਿਆਉਂਦੇ ਰਹੇ। ਅੱਛਾ, ਆਪ ਹੀ ਖਰੀਦਣ ਗਏ ਸੋ? ਹਾਂਜੀ, ਆਪ ਹੀ ਉੱਥੋਂ ਜਾ ਕੇ ਕਿਸ ਤਰ੍ਹਾਂ ਤੁਸੀਂ ਖਰੀਦੇ? ਚੱਕਾਂ ਨੂੰ ਜਾ ਕੇ ਅੱਡਿਆਂ ਤੋਂ ਜਾਂ ਜਿਹੜੇ ਜਿਨ੍ਹਾਂ ਨੇ ਟੈਂਟ ਲਾਏ ਹੁੰਦੇ ਨੇ? ਵਿੱਚ ਸਾਡੀ ਚਲੋ ਅੱਗੇ ਵੀ ਤਲਕ ਸਲਾਮ ਦੁਆ ਉਧਰ ਤੇ ਉਹ ਜ਼ਿਆਦਾਤਰ ਅਸੀਂ ਚੱਕਾਂ 'ਚ ਹੀ ਲੈਂਦੇ ਆ ਅੱਗੇ। ਅੱਛਾ, ਜ਼ਰਾ ਤਰੀਕਾਕਾਰ ਦੱਸਿਓ ਕਿ ਉਧਰੋਂ ਅਗਰ ਡੰਗਰ ਲਿਆਉਣੇ ਹੋਣ ਕਿਸੇ ਨਵੇਂ ਬੰਦੇ ਨੇ, ਕੀ ਤਰੀਕਾਕਾਰ ਹੁੰਦਾ? ਤਰੀਕੇਕਾਰ ਇਹ ਹੀ, ਉਧਰ ਜਾਣਾ ਤੇ ਪਹਿਲੇ ਨੰਬਰ ਤੇ ਤਾਂ ਇਤਮਾਦ ਵਾਲਾ ਬੰਦਾ ਅੱਗੇ ਹੋਣਾ ਜ਼ਰੂਰੀ ਹੈ। ਸਹੀ ਹੈ। ਠੀਕ ਹੈ, ਬਗੈਰ ਇਤਮਾਦ ਤੋਂ ਕੰਮ ਨਹੀਂ ਹੁੰਦਾ। ਦੂਸਰੇ ਨੰਬਰ ਤੇ ਇਹ ਵੇ ਕਿ ਫਿਰ ਟੁਰ ਕੇ ਸਮਝ ਨਾਲ ਉਹ ਕੋ ਸਮਝਦਾਰ ਬੰਦਾ ਜਾਂ ਤੇ ਆਪ ਹੀ ਸਮਝਦਾ ਹੋਵੇ ਜਾਨਵਰਾਂ ਨੂੰ ਤਾਂ, ਜਾਂ ਕੋਈ ਨਾਲ ਸਮਝਦਾਰ ਬੰਦਾ ਨਾਲ ਲੈ ਜੇ। ਠੀਕ ਹੈ, ਤੇ ਜਾਂ ਉੱਥੇ ਕੋਈ ਬੰਦਾ ਸਮਝਦਾਰ ਤੁਹਾਨੂੰ ਕੋਈ ਅੱਛਾ ਬੰਦਾ ਮਿਲ ਜਾਂਦਾ ਤੇ ਉਹ ਤੁਹਾਨੂੰ ਅੱਛੇ ਫਿਰ ਟੁਰ ਕੇ ਤੇ ਮੰਡੀ ਤੋਂ ਬਿਹਤਰ ਰਾਈ ਜਾਂਦਾ ਬੰਦਾ ਬਾਹਰ। ਯਾਨੀ ਤੁਹਾਡਾ ਕਹਿਣਾ ਹੈ ਕਿ ਅਗਰ ਮੰਡੀ 'ਚ ਨਾ ਜਾਈਏ ਤਾਂ ਬਿਹਤਰ ਹੈ? ਹਾਂਜੀ, ਮੰਡੀ ਵੀ ਠੀਕ ਹੈ, ਲੇਕਿਨ ਮੰਡੀ ਨਾਲੋਂ ਜਿਹੜਾ ਨਾ ਜ਼ਰਾ ਮੰਡੀ ਦੇ ਵਿੱਚ ਥੋੜਾ ਨਵੇਂ ਬੰਦੇ ਵਾਸਤੇ ਮੁਸ਼ਕਲ ਹੁੰਦੀ। ਉੱਥੇ ਪਿੰਡਾਂ ਦੇ ਵਿੱਚ ਚੱਕਾਂ 'ਚ ਫੇਰ ਫੁਰ ਕੇ? ਹਾਂਜੀ, ਫਿਰ ਟੁਰ ਕੇ ਜਿਹੜਾ ਨਾ ਕੋਈ ਬੰਦਾ ਅੱਛਾ ਤੁਹਾਨੂੰ ਮਿਲ ਜੇ ਅੱਗੇ ਤੇ ਉਹ ਤੁਸੀਂ ਜਨਾਬ ਜਿਹੜਾ ਨਾ ਆਪਣਾ। ਅੱਛਾ, ਤੁਸੀਂ ਇਸ ਗੱਲ ਦਾ ਨਿਚੋੜਾ ਇਹ ਕੱਢਦੇ ਹੋ ਕਿ ਅਗਰ ਬੰਦਾ ਸਮਝਦਾਰ ਆਪ ਹੀ ਨਹੀਂ ਜਾਂ ਉੱਥੇ ਕੋਈ ਨਾਲ ਨਹੀਂ ਤੇ ਫਿਰ ਨੁਕਸਾਨ ਹੋ ਸਕਦਾ ਹੈ? ਫਿਰ ਨੁਕਸਾਨ ਹੋ ਸਕਦਾ। ਠੀਕ ਹੋ ਗਿਆ, ਯਾਨੀ ਇਹ ਸਾਡੇ ਨਾਜ਼ਰੀਨ ਵਾਸਤੇ ਇੱਕ ਬੜੀ ਜ਼ਬਰਦਸਤ ਹਦਾਇਤ ਹੋ ਗਈਆਂ। ਹਾਂਜੀ। ਅੱਛਾ, ਇਹ ਦੱਸਿਓ ਕਿ ਤੁਸੀਂ ਜਾਨਵਰ ਜਿਹੜੇ ਘਟਾਏ ਨੇ, ਤੁਸੀਂ ਦੱਸਿਆ ਕਿ ਦੁੱਧ ਦੇ ਵਜ੍ਹਾ ਤੋਂ ਘਟਾਏ ਨੇ। ਦੁੱਧ ਦੀ issue ਦੀ ਪੱਠਾ ਵਜ੍ਹਾ ਪੁੱਠਾ ਤੁਹਾਡਾ ਆਪਣਾ ਹੋਏਗਾ? ਪੱਠਾ ਵੀ ਆਪਣਾ ਅਲਹਮਦੁਲਿਲਾ, ਤਕਰੀਬਨ ਤੂੜੀ ਵੀ ਘਰ ਦੀ ਹੁੰਦੀ ਹੈ। ਠੀਕ ਹੈ ਜੀ। ਤੇ ਪੱਠੇ ਵੀ ਆਪਣੇ ਨੇ, ਕਮਾਸ਼ਮਾਤ ਵੀ ਲਾਏ ਆ। ਦੂਸਰੇ ਨੰਬਰ ਤੇ ਮਸਲਾ ਸਿਰਫ ਇਹ ਹੀ ਆਉਂਦਾ ਜ਼ਿਆਦਾ ਕਿ ਰੇਟ ਨਹੀਂ ਡੇਰੇ ਤੇ ਪੂਰਾ ਮਿਲਦਾ। ਠੀਕ ਹੈ। ਅੱਛਾ। ਵੇਖੋ ਹੁਣ ਸ਼ਹਿਰ ਉਹ 100 ਰੁਪਏ ਜਾਂ 110 ਰੁਪਏ ਦੁੱਧ ਵੇਚਦੇ ਨੇ। ਠੀਕ ਹੈ, ਸਾਨੂੰ ਇੱਥੇ ਦਿੰਦੇ ਨੇ 85-90 ਰੁਪਏ। ਠੀਕ ਹੈ, ਅੱਛਾ। 85-90 ਰੁਪਏ ਦਿੰਦੇ ਨੇ। ਉਹਨਾਂ ਫਿਰ ਅੱਗੇ ਜਾ ਕੇ ਉਹਦੇ ਵਿੱਚ ਪਾਣੀ ਪੂਣੀ ਵੀ ਪਾਣਾ, ਸਭ ਕੁਝ ਕਰਨਾ ਹੈ। ਠੀਕ ਹੈ, ਬੜੇ ਮਾਮਲਾਤ ਲੰਮੇ ਚੌੜੇ ਉਹਨਾਂ ਦੇ ਆਪਣੇ ਜਿਹੜੇ ਨਾ। ਫਿਰ ਦੂਸਰੇ ਨੰਬਰ ਤੇ ਇਹ ਵੇ ਕਿ ਉਨੀ ਵੈਲਿਊ ਨਹੀਂ। ਅੱਗੇ ਦੁੱਧ ਦੀ ਚਾਹਤ ਨਾਲ ਦੁੱਧ ਖੜਦੇ, ਸਾਨੂੰ ਹੁਣ ਚਾਹਤ ਨਾਲ ਨਹੀਂ ਖੜਦੇ। ਅੱਛਾ। ਠੀਕ ਹੈ, ਮਤਲਬ ਜ਼ਿਆਦਾ ਕੀ ਹੈ, ਪਾਊਡਰ ਦਾ ਉਹਨਾਂ ਨੂੰ ਜਾਚਾਂ ਨੇ ਬਣਾਉਣ ਦੀਆਂ ਇਹ ਉਹ। ਤੋ ਇਸ ਵਜ੍ਹਾ ਤੋਂ ਜਿਹੜਾ ਨਾ ਦੁੱਧ ਦੀ ਉਨੀ ਵੈਲਿਊ ਨਹੀਂ। ਇੱਕ ਦੋ ਦਿਨ ਤੁਸੀਂ ਜਵਾਬ ਦਿੰਦੇ ਹੋ, ਦੂਜਾ ਤੁਹਾਨੂੰ ਜਿਹੜਾ ਨਾ 2-4 ਦਿਨ ਲੱਭਣਾ ਹੀ ਪੈਂਦਾ। ਠੀਕ ਹੈ, ਤੇ ਅੱਗੇ ਨਹੀਂ ਤੇ ਦੁੱਧ ਹੀ ਆਪ ਹੀ ਆਉਂਦੇ ਹਨ, ਸਾਨੂੰ ਦੁੱਧ ਦਿਓ, ਸਾਨੂੰ ਦੁੱਧ ਦਿਓ। ਠੀਕ ਹੈ, ਤੇ ਇਹ ਵੇ ਕਿ ਅੱਲਾ ਦਾ ਸ਼ੁਕਰ ਹੈ ਅਲਹਮਦੁਲਿਲਾ, ਮੈਨੂੰ ਦੇ ਹਾਲੇ ਵੀ ਬੜੇ ਦੁੱਧ ਯਾਨੀ ਕਿ ਇਹ ਜਾਂਦੇ ਨੇ ਕਿ ਚੱਲ ਦੇ ਸਾਡੇ ਦੁੱਧ ਸਾਨੂੰ ਦੇ ਦਿਓ ਜਾਂ ਇਹ ਉਹ, ਕਿਉਂਕਿ ਉਹਨਾਂ ਨੂੰ ਪਤਾ ਕਿ ਇਤਮਾਦ ਵਾਲਾ ਕੰਮ ਹੈ, ਦੁੱਧ ਸ਼ੁੱਧ ਸਹੀ ਮਿਲਦਾ। ਤੇ ਜ਼ਿਆਦਾਤਰ ਫਿਰ ਜਿਹੜਾ ਨਾ ਕਈ ਸਾਨੂੰ ਤਾਂ ਨਹੀਂ ਉਹਨਾਂ ਜ਼ਲੀਲ ਕਰਦੇ, ਲੇਕਿਨ ਜ਼ਿਆਦਾ ਜਿਹੜਾ ਡੰਗਰਾਂ ਵਾਲਿਆਂ ਦੇ ਹਵਾਲੇ ਨਾਲ ਕਿ ਜ਼ਿਆਦਾਤਰ ਕਈ ਖੱਜਲ ਖੁਆਰ ਹੁੰਦੇ ਫਿਰਦੇ ਨੇ। ਯਾਨੀ ਇਹ ਤੁਸੀਂ ਬੜੀ ਯੂਨੀਕ ਗੱਲਾਂ ਦੱਸ ਰਹੇ ਹੋ ਕਿ ਇੱਕ ਦੋਧੀ ਜਿਹੜੇ ਨੇ ਉਹ ਪਾਊਡਰ ਦਾ ਇਸਤੇਮਾਲ ਕਰ ਰਹੇ ਨੇ। ਕੁਝ ਸਾਰੇ ਤਾਂ ਨਹੀਂ ਕਰਦੇ ਹੋਣਗੇ ਯਕੀਨਨ, ਕੁਝ ਲੋਕ ਕਰਦੇ ਹੋਣਗੇ। ਨਹੀਂ ਕਰਦੇ, ਲੇਕਿਨ ਕੋਈ ਕਰਦੇ ਨੇ। ਜ਼ਿਆਦਾਤਰ ਆਉਂਦਾ ਬਾਹਰੋਂ ਬਣਿਆ ਦੁੱਧ ਅੱਗੇ ਪਿੱਛੇ। ਲੇਕਿਨ ਇੱਕ ਗੱਲ ਦੀ ਹੈਰਾਨਗੀ ਹੈ ਕਿ ਤੁਹਾਡੇ ਇਹ ਜਿਹੜਾ ਪਿੰਡ ਹੈ ਸ਼ਹਿਰ ਦੇ ਨਾਲ ਹੀ ਲੱਗਦਾ ਪਿਆ, ਇੱਥੇ ਰੇਟ ਕਿਉਂ ਘੱਟ ਹੈ? ਕਿਉਂ 85-90 ਕਿਉਂ? ਜ਼ਿਆਦਾ ਪਾਊਡਰ ਦੀ ਹੈ ਵਜ੍ਹਾ। ਅੱਛਾ। ਹਾਂਜੀ। ਤੇ ਅਗਰ ਤੁਸੀਂ ਦੁੱਧ ਆਪ ਹੀ ਕੋਈ ਅਰੇਂਜਮੈਂਟ ਕਰੋ, ਆਪ ਹੀ ਸ਼ਹਿਰ ਜਾ ਕੇ ਦੁਕਾਨਾਂ ਤੇ ਵੇਚੋ ਤੇ ਉਹ ਨਹੀਂ ਸਹੀ? ਉਹ ਬੜਾ ਬਿਹਤਰ ਹੈ, ਲੇਕਿਨ ਸਾਡੇ ਕੋਲ ਨਾ ਸਹੀ ਪੁੱਛੋ ਤੇ ਇੰਨਾ ਟਾਈਮ ਨਹੀਂ, ਕਿਉਂਕਿ ਮੈਂ ਇਕੱਲਾ ਬੰਦਾ ਵਾਂ ਤੇ ਮੇਰੇ ਮਾਮਲਾਤ ਹੋਰ ਘਰ ਦੇ ਬਾਹਰ ਦੇ ਅੱਗੇ ਪਿੱਛੇ ਜਾਣ ਆਉਣ ਬੜਾ ਸਾਰਾ, ਤੇ ਮੈਂ ਤਾਂ ਇੱਥੋਂ ਸ਼ਹਿਰ ਦੇ ਕੇ ਵੀ ਨਹੀਂ ਆ ਸਕਦਾ। ਠੀਕ ਹੈ, ਇੱਥੇ ਹੀ ਦੇ ਦੇਈਦਾ ਡੇਰੇ ਦੇ ਉੱਤੇ, ਕਿਉਂਕਿ ਸਾਡਾ ਕੋਈ ਪਤਾ ਨਹੀਂ, ਇੱਕ ਦਿਨ ਆਏ ਆ ਤੇ 3 ਦਿਨ ਡੇਰੇ ਹੀ ਨਹੀਂ ਆਏ, ਮੁਲਾਜ਼ਮ ਨੇ ਦੇ ਛੜਿਆ ਦੁੱਧ। ਠੀਕ ਹੋ ਗਿਆ। ਠੀਕ ਹੈ, ਫਿਰ ਉਹ ਇਸ ਵਜ੍ਹਾ ਤੋਂ ਆ ਕੇ ਜਿਹੜਾ ਨਾ ਹੁਣ ਉਹ ਕਿਹੜੇ ਪਾਸੇ ਜਾਏ ਫਿਰ। ਅੱਛਾ। ਤੇ ਇਹ ਹਿਸਾਬ ਕਿਤਾਬ ਨੇ। ਅੱਛਾ, ਹੁਣ ਮਾਸ਼ਾਅੱਲਾ ਤੁਹਾਡੇ ਡੇਰੇ ਵੱਲ ਆਨੇ ਆ। ਤੁਹਾਡਾ ਡੇਰਾ ਚਾਰੋਂ ਤਰਫ ਪੈਲੀਆਂ ਨੇ ਔਰ ਸਬਜ਼ਾ ਨਜ਼ਰ ਆ ਰਿਹਾ, ਬੜਾ ਪਿਆਰਾ ਡੇਰਾ ਨਜ਼ਰ ਆ ਰਿਹਾ, ਇੱਕ ਰਵਾਇਤੀ ਜਿਹਾ। ਤੇ ਡੇਰੇ ਦੇ ਪੋਰਸ਼ਨ ਵੀ ਸਾਨੂੰ ਨਜ਼ਰ ਆ ਰਹੇ ਨੇ। ਇਹ ਕੁਝ ਤੁਸੀਂ ਬਾਂਸ ਵਗੈਰਾ ਲਾਏ ਨੇ, ਪਾਈਪ ਵਗੈਰਾ ਨਾਲ, ਇਧਰ ਗਰਾਜ ਬਣਾਇਆ, ਉਹਦੇ ਪਿੱਛੇ ਬੜਾ ਜ਼ਬਰਦਸਤ ਤੁਸੀਂ ਟੋਕਾ ਵਗੈਰਾ ਲਗਾਇਆ, ਛੱਤ ਵੀ ਇਹਦਾ ਤੇ ਫੈਮਿਲੀ ਰਿਹਾਇਸ਼, ਬੰਦਾ ਫੈਮਿਲੀ ਵਾਲਾ ਹੋਵੇ ਜਾਂ ਇਕੱਲਾ ਹੋਵੇ ਜਿਹੜਾ, ਅੱਛਾ, ਉਹਦੇ ਲਈ ਆਪਣਾ ਰੱਖਿਆ ਸਿਸਟਮ। ਠੀਕ ਹੈ। ਇਹ ਡੇਰਾ ਤੁਹਾਡਾ ਕਿੰਨੀ ਜਗ੍ਹਾ ਦੇ ਵਿੱਚ ਹੈ? ਇਹ ਡੇਰਾ ਜੇ ਤਕਰੀਬਨ 2 ਕਨਾਲਾਂ 2-2.5 ਕਨਾਲਾਂ ਜਗ੍ਹਾ। 2-2.5 ਕਨਾਲ। ਹਾਂਜੀ। ਤੇ 36 ਕਿੰਨੀ ਜੇ? 36 ਤਕਰੀਬਨ ਜਿਹੜਾ ਨਾ ਉਹ 10 ਕੁ ਮਰਲੇ ਆ।
ਸਹੀ ਹੈ। ਅੱਛਾ, ਬੜਾ ਘੱਟ ਨਜ਼ਰ ਆਉਂਦਾ ਸਾਨੂੰ। 15 ਕੁ ਮਰਲੇ ਤੇ ਆ ਉੱਤੇ ਜਿਹੜਾ ਨਾ ਛੱਤ। ਅੱਛਾ, 15 ਮਰਲੇ ਦਾ ਹਾਂਜੀ ਬੜਾ ਘੱਟ ਨਜ਼ਰ ਆਉਂਦਾ ਕਿ ਜਦੋਂ ਤੁਸੀਂ ਕੋਈ ਗਾਰਡਰ ਵਗੈਰਾ ਪਾਏ ਨੇ, ਇਹ ਛੱਤ ਕੱਚਾ ਹੈ ਜਾਂ ਪੱਕਾ ਹੈ? ਇਹ ਨਾ ਤਿਆਰ ਛੱਤ ਹੈ। ਅੱਛਾ, ਤਿਆਰ ਛੱਤ ਹੈ। ਹਾਂਜੀ ਇਹਦਾ ਕੋਈ ਫਾਇਦਾ ਦੱਸ ਸਕਦੇ ਹੋ ਇਹਦਾ ਕਿ ਤੁਸੀਂ ਲੈਂਟਰ ਕਿਉਂ ਨਹੀਂ ਪਾਇਆ? ਨਹੀਂ, ਇਹਦਾ ਫਾਇਦਾ ਇਹ ਵੀ ਨਾ ਕਿ ਇੱਕ ਤੇ ਇਹ ਸਸਤਾ ਪੈਂਦਾ, ਅੱਛਾ, ਦੂਸਰੇ ਨੰਬਰ ਤੇ ਇਹ ਵੇ ਕਿ ਇਹਨੂੰ ਦੁਬਾਰਾ ਵੀ ਤੁਸੀਂ ਯੂਜ਼ ਕਰ ਸਕਦੇ ਹੋ? ਦੁਬਾਰਾ ਵੀ ਯੂਜ਼ ਹੋ ਜਾਂਦਾ ਹੈ। ਠੀਕ ਹੈ। ਤੇ ਆਪਣਾ ਇੱਕ ਇਹ ਵੇ ਕਿ ਦੂਸਰੇ ਹੁਣ ਲੋਹੇ ਦੇ ਨਾਲੋਂ ਛੱਤ ਨਾਲੋਂ ਜਾਂ ਲੈਂਟਰ ਨਾਲੋਂ ਇਹ ਕਾਫੀ ਜਿਹੜਾ ਨਾ ਬਿਹਤਰ ਠੀਕ ਹੈ। ਅੱਛਾ, ਇਹਦੀ ਦੁਬਾਰਾ ਜ਼ਰਾ ਦੱਸਿਓ ਕਿ ਸਸਤਾ ਕਿਸ ਹਵਾਲੇ ਨਾਲ ਹੈ, ਲੈਂਟਰ ਨਾਲ ਨੂੰ ਕਿਸ ਤਰ੍ਹਾਂ ਕੰਪੇਅਰ ਕੀਤਾ ਜਾਏ? ਇਹ ਲੈਂਟਰ ਜਿਹੜਾ ਨਾ ਉਹ ਤਕਰੀਬਨ ਲੋਹਾ ਵੀ ਮਹਿੰਗਾ ਹੈ, ਠੀਕ ਹੈ, ਹਰ ਸਾਰਾ ਮਟੀਰੀਅਲ ਉਹਦਾ ਮਹਿੰਗਾ। ਲੈਂਟਰ ਐਡਾ ਪਾਈਏ ਤੇ ਇਸ ਟਾਈਮ ਮੇਰੇ ਖਿਆਲ ਨਾਲ 15 ਲੱਖ ਰੁਪਏ ਦਾ ਪੈਣਾ। ਔਰ ਇਹਦੇ ਤੇ ਕਿੰਨਾ ਖਰਚਾ ਆ ਸਕਦਾ ਹੈ? ਇਹਦੇ ਉੱਤੇ ਤਕਰੀਬਨ 3-4 ਲੱਖ ਰੁਪਏ ਆਏਗਾ ਸਰ। ਅੱਛਾ, ਮਾਸ਼ਾਅੱਲਾ, ਜਗ੍ਹਾ ਜ਼ਿਆਦਾ। ਦੁਬਾਰਾ ਦੱਸਿਓ ਸਾਰਾ ਹਾਲ ਕਿੰਨਾ ਹੈ? ਇਹ ਹਾਲ ਜਿਹੜਾ ਇਹ 10 ਮਰਲੇ ਦਾ ਹਾਲ ਹੈ। 10 ਮਰਲੇ ਦਾ ਹਾਲ ਹੈ। ਇੱਥੇ ਕਿੰਨੇ ਜਾਨਵਰ ਆ ਸਕਦੇ ਨੇ? ਇੱਥੇ ਤਕਰੀਬਨ 45 ਤੋਂ 50 ਜਾਨਵਰ ਆਉਂਦੇ ਨੇ। ਠੀਕ ਹੋ ਗਿਆ। ਤੇ ਇਹਦੇ ਤੇ ਤੁਹਾਡਾ 3 ਲੱਖ ਖਰਚਾ ਆਇਆ? ਹਾਂਜੀ। ਇਹ ਕਿੰਨੇ ਸਾਲ ਪਹਿਲੇ ਦੀ ਗੱਲ? ਇਹ ਉਦੋਂ ਜਦੋਂ ਅਸਾਂ ਪਾਇਆ ਸੀ ਉਦੋਂ ਤੇ ਪਾਇਆ ਸੀ 1,20,000 ਦਾ। ਇਹ 2011 ਚ ਅਸਾਂ ਪਾਇਆ ਸੀ। ਹੁਣ 2.5-3 ਲੱਖ ਹੋਏਗਾ ਹਰ ਚੱਕਰ। ਅੱਛਾ, ਇਹਦਾ ਕੋਈ ਨੁਕਸਾਨ ਤਾਂ ਨਹੀਂ? ਕੋਈ ਨੁਕਸਾਨ ਨਹੀਂ। ਇਹਦੋਂ ਤੇ ਮਿੱਟੀ ਪਾਈ ਹੈ ਤੇ ਛੱਤ ਮਿੱਟੀ ਠੰਡਾ ਹੀ ਪਾਈ ਹੈ? ਬਿਲਕੁਲ ਛੱਤ ਠੰਡਾ ਹੈ। ਗਰਮੀਆਂ 'ਚ ਭਾਵੇਂ ਅੰਦਰ ਰਹਿਣ, ਦੂਸਰੇ ਨੰਬਰ ਤੇ ਅਸੀਂ ਸ਼ਾਮ ਨੂੰ ਭਾਵੇਂ ਜਿਸ ਟਾਈਮ ਮਰਜ਼ੀ ਇਹਨਾਂ ਨੂੰ ਜਾਨਵਰਾਂ ਨੂੰ ਅੰਦਰ ਬੰਨ੍ਹ ਦਈਏ। ਸਾਨੂੰ ਇਹ ਨਹੀਂ ਕਿ ਗਰਮੀ ਮਹਿਸੂਸ ਕਰਨਗੇ ਜਾਂ ਸਰਦੀ, ਮੁਨਾਸਬ ਸਮਝੀਏ ਪਰਦੇ ਸੁੱਟ ਦੇਈਦੇ ਨੇ। ਠੀਕ ਹੈ। ਤੇ ਨਹੀਂ ਤੇ ਫਿਰ ਉਸ ਤੋਂ ਬਾਅਦ ਜਿਹੜਾ ਨਾ ਆਪਣਾ ਚੁੱਪ ਓਪਨ ਹੀ ਰਹਿੰਦਾ। ਚੋਏਗਾ ਵੀ ਨਹੀਂ ਹੈ? ਨਹੀਂ ਚੋਂਦਾ ਕੋਈ ਨਹੀਂ ਕੋਈ ਬਿਲਕੁਲ। ਠੀਕ ਹੋ ਗਿਆ, ਜ਼ਬਰਦਸਤ। ਤੁਹਾਡਾ ਸ਼ੈੱਡ ਮਾਸ਼ਾਅੱਲਾ ਪਿਆਰਾ ਹੈ। ਠੀਕ ਹੈ। ਔਰ ਇਹ ਖੁਰਲੀਆਂ ਦੀ ਡਾਈਮੈਂਸ਼ਨ ਤੁਹਾਨੂੰ ਸਹੀ ਰੱਖੀ ਹੈ ਧੁੱਪ ਵਾਲੀ ਸਾਈਡ ਤੇ ਨੇ, ਯਾਨੀ ਕਿ ਇਧਰ ਨੂੰ ਜਿਹੜਾ ਨਾ ਉਧਰ ਵੀ ਹੋ ਸਕਦਾ, ਇਧਰ ਵੀ ਹੋ ਉੱਧਰੋਂ ਸਕਦਾ। ਖਾਂਦੇ ਨੇ, ਇਧਰੋਂ ਵੀ ਖਾਂਦੇ ਨੇ। ਠੀਕ ਹੋ ਗਿਆ। ਢਾਰੇ ਦਾ ਮੂੰਹ ਧੁੱਪ ਵੱਲ ਇਹ ਵੇ ਕਿ ਜਾਨਵਰ ਜਿਹੜਾ ਨਾ ਸਰਦੀਆਂ ਦੇ ਵਿੱਚ ਬਿਮਾਰ ਘੱਟ ਹੁੰਦੇ ਨੇ। ਦੂਸਰੇ ਨੰਬਰ ਤੇ ਇਹ ਵੇ ਕਿ ਜਾਨਵਰ ਧੁੱਪ, ਹਾਂਜੀ, ਨਾਲੇ ਥੱਲਿਓਂ ਜਗ੍ਹਾ ਖੁਸ਼ਕ ਹੋ ਜਾਂਦੀ ਜਲਦੀ। ਠੀਕ ਹੈ। ਬਾਕੀ ਉਸ ਤੋਂ ਬਾਅਦ ਛਾਂ ਦੇ ਵਿੱਚ ਲਾਈ ਜਾਂਦੀ ਜਿਸ ਟਾਈਮ ਗਰਮੀ ਹੋਏ। ਗਰਮੀਆਂ ਦੇ ਤੁਸੀਂ ਕਹਿ ਰਹੇ ਹੋ ਕਿ ਮੱਝਾਂ ਘਟਾ ਛੜੀਆਂ ਨੇ, ਆਫ ਦੀ ਰਿਕਾਰਡ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਚਾਰੇ ਦਾ ਕੰਮ ਹੁਣ ਜ਼ਿਆਦਾ ਕਰਦੇ ਹੋ ਪਏ। ਹਾਂਜੀ, ਜ਼ਿਆਦਾਤਰ ਮੈਂ ਨਾ ਪੱਠੇ ਵੇਚ ਵੂਚ ਛੱਡਦੇ ਨੇ ਸ਼ਹਿਰ ਦੇ ਨਜ਼ਦੀਕ। ਉਹ ਤੁਸੀਂ ਕੰਪੈਰੀਜ਼ਨ ਕੀਤਾ, ਬਿਹਤਰ ਕੀ ਰਹਿੰਦਾ ਹੈ? ਬਿਹਤਰ ਸਾਨੂੰ ਚਾਰਾ ਹੀ ਰਹਿੰਦਾ ਪਿਆ। ਯਾਨੀ ਬਜਾਏ ਮੱਝਾਂ ਨੂੰ ਪੱਠੇ ਪਾ ਕੇ ਉਹਨਾਂ 'ਚ ਦੁੱਧ ਕੱਢਣ ਦੇ, ਹਾਂਜੀ, ਤੁਸੀਂ ਚਾਰਾ ਹੀ ਡਾਇਰੈਕਟ ਵੇਚ ਛੱਡ, ਡਾਇਰੈਕਟ ਚਾਰਾ ਹੀ ਵੇਚ ਛੱਡਨੇ। ਉਹ ਤੁਹਾਨੂੰ ਫਾਇਦਾ ਦੇ ਰਿਹਾ? ਉਹ ਸਾਨੂੰ ਫਾਇਦਾ ਦੇ ਰਿਹਾ। ਯਾਨੀ ਤੁਹਾਡੇ ਗੱਲਾਂ ਤੋਂ ਮੈਨੂੰ ਇਹ ਹਜ਼ ਹੋ ਰਿਹਾ ਹੈ ਕਿ ਅੱਜ ਕੱਲ੍ਹ ਚਾਰੇ ਦੀ ਕੀਮਤ ਇੰਨੀ ਜ਼ਿਆਦਾ ਹੋ ਗਈ ਹੈ ਕਿ ਕੱਲਾ ਚਾਰਾ ਵੇਚਿਆ ਜਾਏ ਤਾਂ ਉਹ ਫਾਇਦਾਮੰਦ ਹੈ, ਬਜਾਏ ਉਹ ਤੇ ਮਿਹਨਤ ਕਰਕੇ ਤੁਸੀਂ ਬੱਚਿਆਂ ਜਾਨਵਰਾਂ ਦਾ ਦੁੱਧ ਵੇਚੋ। ਹਾਂਜੀ ਹਾਂਜੀ, ਨਹੀਂ ਚਾਰੇ ਦੇ ਬਿਹਤਰੀ ਹੈ। ਹਾਂਜੀ। ਅੱਛਾ, ਠੀਕ ਹੋ ਗਿਆ। ਅੱਛਾ ਭਾਈ ਜਨਾਬ, ਦੱਸਿਓ ਕਿ ਤੁਹਾਡੇ ਕੋਲ ਮਾਸ਼ਾਅੱਲਾ ਇਹ ਕਿੰਨੀ ਜਗ੍ਹਾ ਜਿਹਦੇ ਵਿੱਚ ਤੁਸੀਂ ਚਾਰਾ ਵਗੈਰਾ ਲਗਾਇਆ? ਇਹ ਚਾਰਾ ਲਾਇਆ ਜਿਸਾਂ ਇਹਨਾਂ ਆਪਣੇ ਜਾਨਵਰਾਂ ਲਈ 2 ਕਿੱਲੇ ਤੇ 2 ਕਿੱਲੇ ਅਸਾਂ ਉਂਝ ਦਿੱਤਾ ਹੈ ਕਿਸੇ ਨੂੰ ਪੱਕਾ ਹੀ ਤੋੜੋ। ਠੀਕ ਹੋ ਗਿਆ। ਇਹਨਾਂ ਮੱਝਾਂ ਵਾਸਤੇ ਕਿੰਨਾ ਲਾਉਂਦੇ ਹੋ? ਇਹਨਾਂ ਮੱਝਾਂ ਵਾਸਤੇ 2 ਕਿੱਲੇ। 2 ਕਿੱਲੇ ਮੱਝਾਂ ਵਾਸਤੇ। ਠੀਕ ਹੈ। ਤੇ ਸਿਰਫ ਇਹੀ ਅੱਜ ਕੱਲ ਪਾ ਰਹੇ ਹੋ ਜਾਂ ਕੁਝ ਹੋਰ ਵੀ ਪਾ ਰਹੇ ਹੋ? ਨਾਲ ਕਮਾਦ ਪਾਉਂਦੇ ਜੇ, ਆ ਸਾਹਮਣੇ ਕਮਾਦ ਜੇ ਖਲੋਤਾ। ਠੀਕ ਹੈ। ਤੇ ਬਾਕੀ ਉਹ ਸਾਡੀ ਤੂੜੀ ਥ੍ਰੈਸ਼ਰ ਦੀ ਸਾਫ ਬਿਲਕੁਲ ਅੰਦਰ। ਸਹੀ ਹੈ। ਨਾਲ ਤੂੜੀ ਤੇ ਕਮਾਦ ਤੇ ਆਪਣਾ ਸਟਾਲਾ ਜਿਹੜਾ ਨਾ। ਮੱਝ ਤੁਹਾਡੀ ਅੱਜ ਕੱਲ੍ਹ ਡੇਲੀ ਦਾ ਖਰਚ ਕਿੰਨਾ ਕਰਵਾ ਰਹੀ ਹੈ? ਮੱਝ ਹੁਣ ਤੇ ਵੇਖੋ ਆਪਣਾ ਨਾ ਸਾਰੇ ਜਾਨਵਰ ਜਿਹੜੇ ਨਾ ਤਾਜ਼ੇ ਨੇ, ਮਤਲਬ ਛੋਟੇ ਛੋਟੇ ਬੱਚੇ ਨੇ ਇਹਨਾਂ ਦੇ ਇਹ ਵਿੱਚ। ਤੇ ਦੁੱਧ ਸ਼ੁੱਧ ਵੀ ਠੀਕ ਹੈ ਅਲਹਮਦੁਲਿਲਾ ਜਾਨਵਰਾਂ ਕੋਲ। ਤੇ ਖਰਚਾ ਤਕਰੀਬਨ ਨਾ ਇਹ ਸਮਝ ਲਓ ਕਿ ਇਹ ਕਹਿ ਲਓ ਕਿ 400 ਰੁਪਏ ਦਾ 500 ਰੁਪਏ ਦਾ ਖਰਚਾ ਖਾਈ ਜਾਂਦੀ ਤੇ 400-500 ਰੁਪਏ ਦਾ ਖਰਚ ਖਾ ਕੇ ਫਿਰ ਦੁੱਧ ਕਿੰਨੇ ਦਾ ਸੇਲ ਹੋ ਜਾਂਦਾ ਹੈ? ਦੁੱਧ ਤਕਰੀਬਨ ਸਮਝ ਲਓ 10 ਕਿਲੋ ਦੁੱਧ ਦਿੰਦੀ ਹੈ ਤੇ 900 ਰੁਪਏ ਦਾ। 900 ਰੁਪਏ ਦਾ? ਹਾਂਜੀ। ਯਾਨੀ 400 ਦੇ ਬਦਲੇ 900 ਮਿਲ ਰਿਹਾ ਹੈ। ਉਹ ਜਿਹੜਾ ਖਰਚੇ 'ਚ 400 ਪਾਇਆ ਉਹ 'ਚ ਕਿਹੜਾ ਕਿਹੜਾ ਖਰਚਾ ਸ਼ਾਮਲ ਹੈ? ਉਹਦੇ ਵਿੱਚ ਸਮਝ ਲਓ ਕਿ ਤਕਰੀਬਨ ਆਪਣਾ ਪੱਠੇ ਦਾ ਤੇ ਇਹਦਾ ਤੂੜੀ ਦਾ, ਵੰਡੇ ਦਾ, ਮੁਲਾਜ਼ਮ ਦਾ, ਯਾਨੀ ਸਾਰੀਆਂ ਚੀਜ਼ਾਂ ਸ਼ਾਮਲ ਹੋ। ਹਾਂਜੀ, ਤਕਰੀਬਨ ਯਾਨੀ ਕਹਿ ਲਓ 500-550 ਰੁਪਏ ਖਰਚਾ ਬਣ ਜਾਂਦਾ ਫੀ ਜਾਨਵਰ ਤੇ। ਠੀਕ ਹੈ, ਜਿਹੜੇ ਦੁੱਧ ਵਾਲੇ ਨੇ। ਬਾਕੀ ਤੇ ਚਲੋ ਦੂਸਰੇ ਵੀ ਨੇ ਵਿੱਚ ਕਾਟੂ ਉਹਨਾਂ ਦਾ ਘੱਟ ਹੈ। ਹਾਂਜੀ, ਉਹਨਾਂ ਦਾ ਘੱਟ ਹੁੰਦਾ। ਅੱਛਾ, ਇਸ ਤਰੀਕੇ ਨਾਲ ਜਦੋਂ ਮੱਝ 6-7 ਮਹੀਨੇ ਦੁੱਧ ਦਿੰਦੀ ਏ ਤੁਹਾਨੂੰ 500-600 ਬਚਾ ਜਾਂਦੀ ਏ ਇੱਕ ਦਿਨ ਦਾ। ਹਾਂਜੀ। ਤੇ ਜਿਨ੍ਹਾਂ ਦਿਨਾਂ 'ਚ ਮੱਝ ਦੁੱਧ ਨਹੀਂ ਦਿੰਦੀ ਔਰ ਉਹ ਤਿਆਰ ਹੋ ਰਹੀ ਹੁੰਦੀ ਏ, ਉਹ ਸਾਰੇ ਦਿਨਾਂ ਨੂੰ ਸ਼ਾਮਲ ਕਰੋ, ਸਾਰਿਆਂ ਨੂੰ। ਯਾਨੀ ਦੁੱਧ ਦੇਣ ਵਾਲੇ ਦਿਨ ਵੀ ਔਰ ਡਰਾਈ ਪੀਰੀਅਡ ਵੀ, ਉਹਦੀ ਕੱਟੇ ਦੀ ਕੀਮਤ ਵੀ ਸ਼ਾਮਲ ਕਰੋ ਤੇ ਮੱਝ ਤੁਹਾਨੂੰ ਘਾਟੇ 'ਚ ਰਹਿੰਦੀ ਕਿ ਫਾਇਦੇ 'ਚ? ਸਰ ਓਵਰਆਲ ਤੁਸੀਂ ਦੱਸੋ ਕਿ ਇੱਕ ਮੱਝ ਇੱਕ ਸੂਬੇ 'ਚ ਕੀ ਖਰਚ ਕਰਾ ਜਾਂਦੀ ਤੇ ਕੀ ਬਚਾ ਜਾਂਦੀ ਹੈ? ਇੱਕ ਮੱਝ ਜਿਹੜੀ ਹੈ ਨਾ ਓਵਰਆਲ ਇੱਕ ਸੂਏ ਦਾ ਨਾ ਜਿਹੜਾ 1.5 ਲੱਖ ਰੁਪਏ ਦਾ ਪੱਠਾ ਖਾਈ ਜਾਂਦੀ ਹੈ। ਠੀਕ ਹੈ। 3.5 ਲੱਖ ਦਾ ਉਹਦਾ ਦੁੱਧ ਹੁੰਦਾ। ਠੀਕ ਹੈ। ਤੇ 2.5 ਲੱਖ ਦੀ ਮੱਝ ਆਉਂਦੀ ਹੈ। ਠੀਕ ਹੈ। ਤੇ ਕਹਿ ਲਓ ਤੁਸੀਂ ਕਿ ਜਨਾਬ ਇੱਕ ਮੱਝ ਅਗਰ ਜੇ ਅੱਲਾ ਨਾ ਕਰੇ ਜੇ ਫੰਡਰ ਨਿਕਲ ਜੇ ਤੇ ਫਿਰ ਵੀ ਉਹ ਸਾਲ ਦਾ ਜਿਹੜਾ ਨਾ 75-80 ਹਜ਼ਾਰ ਰੁਪਏ ਛੱਡ ਜਾਂਦੀ ਹੈ। ਠੀਕ ਹੈ। ਅੱਗੂ ਜਿੰਨੀਆਂ ਜ਼ਿਆਦਾ ਕਿਸੇ ਰੱਖਣੀਆਂ ਨੇ ਉਹ ਆਪਣੇ ਹਿਸਾਬ ਨਾਲ ਜਿਹੜਾ ਨਾ
ਕਰ ਲਿਆ। ਮੈਨੇਜ ਕਰਨਾ ਅੱਗੇ 10 ਰੱਖੀਆਂ ਨੇ। ਦੂਸਰੇ ਨੰਬਰ ਤੇ ਇਹ ਗੱਲ ਹੈ ਕਿ ਜਿਹੜਾ ਨਾ ਨਸਲੀ ਜਾਨਵਰ ਉਹਦਾ ਹੋਣਾ ਬਹੁਤ ਜ਼ਰੂਰੀ ਹੈ, ਠੀਕ ਹੈ। ਜਿਹੜਾ ਨਸਲੀ ਜਾਨਵਰ ਨੇ ਜਿਹਨੇ 10 ਕਿਲੋ ਤੋਂ ਥੱਲੇ ਦੁੱਧ ਦੇਣਾ ਨਾ, ਉਹਦਾ ਨੁਕਸਾਨ ਹੋ ਸਕਦਾ, ਯਾਨੀ ਉਹ ਨੁਕਸਾਨ ਹੈ। ਹਾਂ ਉਹ ਨੁਕਸਾਨ ਹੈ। ਇਹ ਜਿਹੜੀ ਐਵਰੇਜ ਤੁਸੀਂ ਦੱਸੀ ਹੈ 10 ਕਿਲੋ ਮਾਈ ਦੀ ਹੈ, ਹਾਂ 10 ਕਿਲੋ ਮਾਈ ਦੀ ਤਕਰੀਬਨ, ਜਿਹੜੀ ਕਮ ਸੇ ਕਮ 10 ਕਿਲੋ ਕਮ ਸੇ ਕਮ 10 ਕਿਲੋ, ਕਮ 10 ਕਿਲੋ ਥੱਲੇ ਹੋਣਾ ਤੇ ਫਿਰ ਉਹ ਫਾਇਦਾ ਨਹੀਂ ਦਿੰਦੀ, ਬਰਾਬਰੀ ਤੁਸੀਂ ਰਹੋ, ਜਾਂ ਫਿਰ ਘੱਟ ਦਿੰਦੀ, ਬਿਮਾਰ ਹੋ ਜਾਂਦਾ ਜਾਨਵਰ, ਨੁਕਸਾਨ 'ਚ ਜਾਂਦੇ ਆ, ਠੀਕ ਹੈ। ਯਾਨੀ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਮੱਝਾਂ ਦੇ ਕੰਮ 'ਚ ਨੁਕਸਾਨ ਹੋਣ ਦੇ ਚਾਂਸਸ ਹੈ ਨੇ, ਕੋਈ ਨਸਲ ਚੰਗੀ ਨਾ ਹੋਵੇ, ਨਸਲ ਚੰਗੀ ਨਾ ਹੋਵੇ। ਦੂਸਰੇ ਨੰਬਰ ਤੇ ਤੁਹਾਡਾ ਪੱਠਾ ਅੱਛਾ ਹੋਣਾ ਚਾਹੀਦਾ ਜਾਨਵਰ ਨੂੰ, ਜਾਨਵਰ ਦੀ ਦੇਖਭਾਲ ਚੰਗੀ ਹੋਣੀ ਚਾਹੀਦੀ, ਠੀਕ। ਤੀਸਰੇ ਨੰਬਰ ਤੇ ਇਹ ਵੇ ਕਿ ਭਾਜੀ ਤੁਸੀਂ ਆਪਣੀਆਂ ਹੌਦੀਆਂ ਸ਼ੋਦੀਆਂ ਪਾਣੀ ਦੀਆਂ ਵੇਖੋ, ਸਾਡੇ ਚੂਨੇ ਵੱਜੇ ਨੇ ਹੌਦੀਆਂ ਦੇ ਵਿੱਚ, ਬਿਲਕੁਲ ਸਫਾਈ ਹੈ, ਠੀਕ ਹੈ। ਨਿਜ਼ਾਮ ਅਸਾਂ ਸਾਫ ਸੁਥਰਾ ਰੱਖੇ ਆ। ਹੁਣ ਥੋੜਾ ਬਹੁਤਾ ਚਲੋ ਅੱਗੇ ਪਿੱਛੇ ਅਸੀਂ ਕੰਮ ਲੱਗੇ ਸਾਂ, ਉਹਦੀ ਵਜ੍ਹਾ ਤੋਂ ਆ ਕੇ ਡੇਰੇ ਦੀ ਹੈ ਥੋੜੀ ਹਾਲਤ ਖਰਾਬ, ਲੇਕਿਨ ਫੇਰ ਵੀ ਅਸੀਂ ਅਲਹਮਦੁਲਿਲਾ ਜਿਹੜਾ ਨਾ ਬਿਹਤਰ ਨਿਜ਼ਾਮ ਅਸੀਂ ਰੱਖਣੇ ਆ ਡੇਰੇ ਦਾ। ਤੇ ਜ਼ਾਹਰੀ ਬਾਤ ਹੈ ਸਫਾਈ ਨਿਸਵੇ ਮਾਨ ਹੈ ਸਾਡਾ। ਦੂਸਰੇ ਨੰਬਰ ਤੇ ਵੀ ਕਿ ਆਪਣਾ ਜਾਨਵਰ 'ਚ ਨੁਕਸਾਨ ਕਿਸ ਸੂਰਤ 'ਚ ਹੁੰਦਾ? ਇੱਕ ਤੇ ਤੁਹਾਨੂੰ ਦੱਸਿਆ ਸਫਾਈ, ਇੱਕ ਤੁਹਾਨੂੰ ਦੱਸਿਆ ਨਸਲ। ਜਾਨਵਰ ਅੱਲਾ ਨਾ ਕਰੇ ਬਿਮਾਰ ਹੋ ਜੇ, ਬਿਮਾਰ ਦੇ ਵਿੱਚ ਨੁਕਸਾਨ ਹੈ। ਦੂਸਰੇ ਨੰਬਰ ਤੇ ਇਹ ਵੇ ਕਿ ਆਪਣਾ ਜਾਨਵਰ ਨਾ ਨਿਕਲਣਾ, ਉਹਦੇ 'ਚ ਵੀ ਇਹਨਾਂ ਨੁਕਸਾਨ ਚਲੋ ਨਹੀਂ ਕਹਿ ਲਓ ਤੁਸੀਂ, ਲੇਕਿਨ ਅਗਰ ਨਿਕਲ ਆਉਂਦਾ ਜਾਨਵਰ ਤੇ ਫਿਰ ਫਾਇਦਾ ਬਿਹਤਰ ਹੋ ਜਾਂਦਾ। ਇਹਦਾ ਤੁਸੀਂ ਹਿਸਾਬ ਦੱਸਿਆ ਤੇ ਖੰਗ ਦੀ ਮੈਂ ਤਾਂ ਦੱਸਿਆ ਨਾ ਕਿ ਅੱਗੋਂ ਅਗਰ ਨਹੀਂ ਬਣਦੀ ਤੇ ਫਿਰ ਇੰਨਾ ਕੁ ਦਾ ਹੋ ਜਾਂਦਾ, ਉਹ 90,000 80 ਦੀ ਵਿਕ ਜਾਂਦੀ। ਲੇਕਿਨ ਅਗਰ ਅੱਗੋਂ ਮੱਝ ਬਣ ਜੇ ਤੇ ਫਿਰ ਤਾਂ ਉਹਦਾ ਫਾਇਦਾ ਹੀ ਫਾਇਦਾ, ਫਿਰ ਉਹਦਾ ਫਾਇਦਾ, ਫਿਰ ਉਹਦਾ ਇਹ ਵੇ ਕਿ ਤੁਹਾਡੇ ਘਰ ਮੱਝ ਸੂਏ, ਉਹਦਾ ਫਾਇਦਾ। ਅੱਛਾ, ਜਿਹੜਾ ਹਿਸਾਬ ਤੁਸੀਂ ਪਹਿਲੇ ਦੱਸਿਆ ਸੀ ਉਹਦੇ ਵਿੱਚ ਤੁਸੀਂ ਕਿਆ ਬੱਚੇ ਦੀ ਸੂਰਤ 'ਚ ਵੀ ਕੋਈ ਫਾਇਦਾ ਮਿਲਦਾ? ਬੱਚਾ, ਹਾਂਜੀ ਬੱਚਾ ਜ਼ਰੂਰ ਸਾਹਮਣਾ ਚਾਹੀਦਾ। ਵੇਖੋ ਜ਼ਿਆਦਾਤਰ ਅਸੀਂ ਲੋਕ ਕੀ ਕਰਦੇ ਨੇ ਕਿ ਬੱਚਾ ਜਿਹੜਾ ਨਾ ਉਹ ਜਨਾਬ ਉਹਨੂੰ ਦੁੱਧ ਸ਼ੁੱਧ ਨਹੀਂ ਪਿਆਉਂਦੇ, 2-3 ਮਹੀਨੇ ਹੁੰਦੀ ਮੁਸ਼ਕਲ ਹੀ ਹੈ, ਲੇਕਿਨ ਉਹਨੂੰ ਦੁੱਧ ਸ਼ੁੱਧ ਪਿਆਓ। ਇੱਕ ਤਾਂ ਪਹਿਲੇ ਨੰਬਰ ਤੋਂ ਉਹਨੂੰ ਜਦੋਂ ਤੁਸੀਂ ਦੁੱਧ ਘਟਾਓਗੇ ਨਾ, ਮੱਝ ਵੀ ਉਹਨਾਂ ਘਟ ਜਾਏਗੀ, ਠੀਕ ਹੈ। ਇਹ ਕੁਦਰਤੀ ਮਾਂ ਪੁੱਤਰ ਦਾ ਜਿਹੜਾ ਨਾ ਹਿਸਾਬ ਕਿਤਾਬ ਹੁੰਦਾ ਇੱਕ ਜਾਨਵਰ ਦਾ ਵੀ, ਠੀਕ ਹੈ। ਤੇ ਉਹ ਜਿੰਨਾ ਤੁਸੀਂ ਬੱਚੇ ਨੂੰ ਛੱਡ ਦਿਓਗੇ ਉਹ ਉਹਨਾਂ ਬਿਹਤਰ ਰਹੇਗਾ ਜਾਨਵਰ, ਠੀਕ ਹੈ। ਜਿੰਨਾ ਤੁਸੀਂ ਦੁੱਧ ਘਟਾਓਗੇ ਉਹਨਾਂ ਮੱਝ ਘਟਦੀ ਜਾਏਗੀ, ਠੀਕ ਹੈ। ਅੱਛਾ, ਗੱਲ ਦੁਬਾਰਾ ਕਲੀਅਰ ਕਰਿਓ ਵਾਜ਼ੇ ਤੌਰ ਤੇ, ਕਿਆ ਤੁਸੀਂ ਇਹ ਤਜਰਬਾ ਕਰ ਚੁੱਕੇ ਹੋ ਕਿ ਅਗਰ ਜਾ ਲਾ ਲਈਏ ਤਾਂ ਦੁੱਧ ਘਟ ਜਾਂਦਾ ਹੈ? ਜਾ ਲਾ ਲਈ ਘਟ ਜਾਂਦਾ। ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਨਹੀਂ ਘਟਦਾ। ਨਾ 12-13 ਸਾਲ ਦਾ ਤਜਰਬਾ ਹੈ ਅਲਹਮਦੁਲਿਲਾ, ਕਿ ਇਹ ਬੜੀ ਦਫਾ ਵੇਖਿਆ। ਉਹ ਜ਼ਹਿਨ ਨੂੰ ਮੁਤਮਿਨ ਕਰਨ ਲਈ ਲੋਕੀ ਆਖਣ ਕਿ ਨਹੀਂ ਘਟਦਾ, ਲੇਕਿਨ ਜਾਨ ਨੂੰ ਜਦੋਂ ਤੁਸੀਂ ਪਿੱਛਾ ਕਰਨਾ ਤੇ ਮੱਝ ਨੇ ਵੀ ਆਟੋਮੈਟਿਕ ਤੁਹਾਨੂੰ ਦੁੱਧ ਕੱਢ ਦੇਣਾ। ਮੈਂ ਜਾ ਨੂੰ ਜਿੰਨਾ ਛੱਡ ਕੇ ਚਾਹੁੰਦੇ ਰਹੇ ਆ, ਉਹਨਾਂ ਹੀ ਜਿਸ ਟਾਈਮ ਜਾ ਪਿੱਛਾ ਕੋ ਮਰ ਜੇ, ਅੱਲਾ ਨਾ ਕਰੇ ਤਾਂ ਸਾਡਾ ਤੋਂ ਕਦੇ ਨਹੀਂ ਕੋਈ ਜਾਨਵਰ ਕੋ ਜਾ ਨਹੀਂ ਮਰਿਆ, ਤੇ ਜਿਹੜਾ ਨਾ ਮਰ ਜੇ ਤੇ ਉਹਨਾਂ ਹੀ ਉਹ ਘਟ ਜਾਂਦਾ। ਕਈ ਦਫਾ ਵੇਖਿਆ ਅੱਗਾ ਪਿੱਛਾ ਹੋਇਆ, ਉਹਨਾਂ ਜਾਨਵਰ ਤੋਂ ਘਟ ਜਾਂਦਾ। ਕਿੰਨੇ ਥਣ ਉਹਦੇ ਵਾਸਤੇ ਰੱਖੀ ਔਰ ਕਿੰਨੇ ਮਹੀਨੇ ਉਹਦੇ ਤੱਕ? ਵਾਸਤੇ ਅਗਲੇ 2 ਥਣ 3 ਮਹੀਨੇ ਪੱਕੇ, ਠੀਕ ਹੈ। ਹਾਂ 2 ਮਹੀਨੇ ਤੇ ਪਿਆਓ, ਉਸ ਤੋਂ ਬਾਅਦ ਫਿਰ 1.5 ਕਰ ਲਓ, ਹੌਲੀ ਹੌਲੀ 1 ਕਰ ਦਿਓ। ਚੌਥੇ ਮਹੀਨੇ ਵੀ ਕੋਸ਼ਿਸ਼ ਕਰੋ ਕਿ ਉਹਨੂੰ ਕੋਈ ਥਣ ਜਿਹੜਾ ਨਾ ਉਹ ਚੁੰਗ ਲੇ, ਠੀਕ ਹੈ। ਤੇ ਉਸ ਤੋਂ ਹਾਂਜੀ ਉਸ ਤੋਂ ਬਾਅਦ ਜਿਹੜਾ ਨਾ ਉਹ ਆਪਣਾ ਪੱਠਿਆਂ ਤੇ ਵੀ ਹੋ ਜਾਂਦਾ ਦੂਸਰੇ ਮਹੀਨੇ, ਲੇਕਿਨ ਅਸੀਂ ਜਿਉਂ ਹੀ ਕੀ ਕਰਨੇ ਆ, ਪੱਠਿਆਂ ਦਾ ਹੁੰਦਾ ਤਾਂ ਦੁੱਧ ਛਡਾ ਦਿੰਦੇ ਆ, ਉਹ ਜਾਂ ਫਿਰ ਰਹਿ ਜਾਂਦਾ ਨਾਲ ਹੀ, ਉਹਨੂੰ ਕੀੜੇ ਛੀੜੇ ਹਮਲਾ ਕਰ ਜਾਂਦੇ ਨੇ, ਉਹਦੇ ਅੰਦਰ ਮਰ ਜਾਂਦੇ ਨੇ ਜਾਂ, ਤੇ ਉਹ ਜਾਨਵਰ ਵੀ ਉਹਨਾਂ ਹੀ ਘਟ ਜਾਂਦਾ। ਜਾਨਵਰ ਨੂੰ ਜ਼ਾਰੀ ਬਾਤ ਜਿਹੜਾ ਨਾ ਉਹਦਾ ਦੁੱਖ ਹੁੰਦਾ। ਠੀਕ ਹੈ ਸਰ, ਤੁਸੀਂ ਬੜੀ ਹੀ ਅੱਛੀ ਗੁਫ਼ਤਗੂ ਕੀਤੀ ਹੈ, ਬੇਸ਼ਕੀਮਤ ਮਾਲੂਮਾਤ ਦੋਸਤਾਂ ਨਾਲ ਸ਼ੇਅਰ ਕੀਤੀਆਂ ਨੇ। ਤੁਹਾਡਾ ਬਹੁਤ ਸ਼ੁਕਰੀਆ। ਅਸਲਾਮ ਵਾਲੇਕੁਮ।